ਹੈਲੋ एवरीवन ਅਬਸਟਰੈਕਟ ਐਲਜਬਰਾ ਦੀ ਇਸ ਲੈਕਚਰ ਸੀਰੀਜ਼ ਦੇ ਵਿੱਚ ਅੱਜ ਅਸੀਂ ਨੈਕਸਟ ਥਿਓਰਮ ਆ ਜਿਹੜੀ ਉਹ ਡਿਸਕਸ ਕਰਾਂਗੇ। ਇਸ ਤੋਂ ਪ੍ਰੀਵੀਅਸ ਦੇ ਵਿੱਚ ਅਸੀਂ ਨੇ ਦੇਖਿਆ ਸੀਗਾ ਸਬ ਗਰੁੱਪ ਦੀ ਡੈਫੀਨੇਸ਼ਨ। ਸਬ ਗਰੁੱਪ ਚੈਪਟਰ 2 ਸਟਾਰਟ ਕੀਤਾ ਸੀ, ਸਬ ਗਰੁੱਪ ਦੀ ਡੈਫੀਨੇਸ਼ਨ ਕੀਤੀ ਆ, ਐਗਜ਼ਾਮਪਲਸ ਕੀਤੀਆਂ ਨੇ, ਪਲੱਸ ਇੰਟਰਸੈਕਸ਼ਨ ਦੇ ਰਿਲੇਟਡ ਅਸੀਂ ਇੱਕ ਥਿਓਰਮ ਕਰ ਚੁੱਕੇ ਹਾਂ ਤੇ ਉਹਦੀ ਕਾਊਂਟਰ ਐਗਜ਼ਾਮਪਲ ਵੀ। ਇੰਪੋਰਟੈਂਟ ਥਿਓਰਮ ਹੈ ਅੱਜ ਵਾਲੀ ਵੀ। ਕਹਿੰਦੇ ਦ ਯੂਨੀਅਨ ਆਫ ਟੂ ਸਬ ਗਰੁੱਪ ਇਜ਼ ਅ ਗਰੁੱਪ। Subgroup of a group is a subgroup if it contain in each other in other if one contain in other। ਕਹਿੰਦਾ ਜਦੋਂ ਅਸੀਂ ਦੋ ਸਬ ਗਰੁੱਪ ਦੀ ਯੂਨੀਅਨ ਦੀ ਗੱਲ ਕਰਦੇ ਹਾਂ ਤਾਂ ਉਹ ਯੂਨੀਅਨ ਵੀ ਅਗੇਨ ਇੱਕ ਸਬ ਗਰੁੱਪ ਹੁੰਦੀ ਆ, ਬਟ ਕੰਡੀਸ਼ਨ ਇਹ ਆ ਕਿ ਜੇਕਰ ਉਹ ਇੱਕ ਦੂਸਰੇ ਦੇ ਵਿੱਚ ਕੀ ਕਰਦੇ ਹੋਣਗੇ, ਕੰਟੇਨ ਕਰਦੇ ਹੋਣਗੇ। ਸੋ ਜੇ ਮੈਂ ਸਟੇਟਮੈਂਟ ਨੂੰ ਸਮਝਾਉਣਾ ਚਾਹਾਂ ਤਾਂ ਕੁਝ ਇਸ ਤਰ੍ਹਾਂ ਕਹਿ ਰਿਹਾ ਕਿ ਜੇਕਰ H1 ਅਤੇ H2 ਦੋ ਕੋਈ ਸਬ ਗਰੁੱਪ ਨੇ, ਦੈਨ ਇਹਨਾਂ ਦੀ ਯੂਨੀਅਨ ਵੀ ਇੱਕ ਸਬ ਗਰੁੱਪ ਹੋਊਗੀ। ਬਟ ਕੰਡੀਸ਼ਨ ਕੀ ਆ, ਕਹਿੰਦਾ H1 ਜਾਂ ਤਾਂ H2 ਦੇ ਵਿੱਚ ਕੰਟੇਨ ਕਰਦਾ ਹੋਊਗਾ ਜਾਂ ਫਿਰ H2 ਕੀ 'ਚ ਕੰਟੇਨ ਕਰਦਾ ਹੋਊਗਾ, H1 ਦੇ ਵਿੱਚ ਕੰਟੇਨ ਕਰਦਾ ਹੋਊਗਾ। ਸੋ ਇਫ ਐਂਡ ਓਨਲੀ ਇਫ ਦਾ ਕੇਸ ਆ, ਜੇ ਸਬ ਗਰੁੱਪ ਆ ਤਾਂ ਆਹ ਕੰਡੀਸ਼ਨਸ ਵੀ ਹੋਲਡ ਹੁੰਦੀਆਂ ਹੋਣਗੀਆਂ। ਜੇ ਇਹ ਕੰਡੀਸ਼ਨ ਹੋਲਡ ਹੁੰਦੀਆਂ ਨੇ ਤਾਂ ਪੱਕਾ ਇਹ ਸਬ ਗਰੁੱਪ ਵੀ ਹੋਏਗਾ। ਸੋ ਨੈਸੈਸਰੀ ਐਂਡ ਸਫੀਸ਼ੀਐਂਟ ਪਾਰਟ ਅਸੀਂ ਇਹਦੇ ਵਿੱਚ ਪ੍ਰੂਫ ਕਰਨਾ। ਫਸਟ ਅਸੀਂ ਲੈ ਕੇ ਚੱਲਦੇ ਹਾਂ ਬੱਚੇ ਕਿ ਜੇਕਰ H1 ਅਤੇ H2 ਦੋਨੋਂ ਸਬ ਗਰੁੱਪ ਨੇ, H1 ਅਤੇ H2 ਦੀ ਯੂਨੀਅਨ ਵੀ ਸਬ ਗਰੁੱਪ ਹੈ, ਇਹ ਮੰਨ ਕੇ ਚੱਲੇ ਹਾਂ, ਅਜ਼ਿਊਮ ਕੀਤਾ ਅਸੀਂ ਨੇ ਨੈਸੈਸਰੀ ਪਾਰਟ ਦੇ ਵਿੱਚ ਕਿ ਇਹ ਦੋਨੋਂ ਚੀਜ਼ਾਂ ਹੋਲਡ ਹੋ ਰਹੀਆਂ ਨੇ। ਫਿਰ ਟੂ ਪ੍ਰੂਫ ਕੀ ਹੋਊਗਾ ਕਿ ਆਹ ਕੰਡੀਸ਼ਨਸ ਹੋਲਡ ਕਰ ਰਹੀਆਂ ਹੋਣਗੀਆਂ ਕਿ H1 H2 'ਚ ਕੰਟੇਨ ਕਰੂਗਾ ਅਤੇ H2 ਕੀ 'ਚ ਕੰਟੇਨ ਕਰੇਗਾ, H1 ਦੇ ਵਿੱਚ। ਸੋ ਹੁਣ ਇਹਦਾ ਪ੍ਰੂਫ ਇੱਕ ਵਾਰੀ ਮੈਂ ਇੱਥੇ ਕਰਵਾ ਦਿੰਦੀ ਹਾਂ ਆਪਣੀ ਲੈਂਗੁਏਜ ਦੇ ਵਿੱਚ, ਫਿਰ ਇਕੱਲੇ ਸਿੰਬਲ ਅਸੀਂ ਉੱਪਰੋਂ ਚੈੱਕ ਕਰਾਂਗੇ ਕਿਵੇਂ ਉੱਤੇ ਬੁੱਕ ਦੇ ਵਿੱਚ ਜਿਹੜਾ ਉਹ ਰਿਪਰੈਜ਼ੈਂਟ ਕੀਤਾ ਹੋਇਆ। ਸੋ ਜੇ ਅਸੀਂ ਅਜ਼ਿਊਮ ਕੀਤਾ ਕਿ H1 ਯੂਨੀਅਨ H2 ਸਬ ਗਰੁੱਪ ਆ, ਗਿਵਨ ਹੈ, ਠੀਕ। ਅਸੀਂ ਪ੍ਰੂਫ ਕਰਨਾ ਟੂ ਪ੍ਰੂਫ ਜਾਂ ਤਾਂ H1 ਕੰਟੇਨ ਕਰਦਾ ਹੋਊਗਾ H2 ਦੇ ਵਿੱਚ ਜਾਂ ਫਿਰ H2 ਕੀ 'ਚ ਕੰਟੇਨ ਕਰਦਾ ਹੋਊ, H1 'ਚ। ਜਦੋਂ ਬੱਚੇ ਸਾਨੂੰ ਕੁਛ ਇਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਹੈ, ਸਾਨੂੰ ਨਹੀਂ ਪਤਾ ਲੱਗ ਰਿਹਾ ਅਸੀਂ ਕਿੱਥੋਂ ਸ਼ੁਰੂ ਕਰੀਏ, ਫਿਰ ਅਸੀਂ ਕੀ ਕਰਦੇ ਹਾਂ, ਕੰਟਰਾਡਿਕਸ਼ਨ ਦੇ ਨਾਲ ਕਰਾ ਦਿੰਦੇ ਹਾਂ। ਅਸੀਂ ਪ੍ਰੂਫ ਕੀ ਕਰਨਾ ਕਿ ਜਾਂ ਤਾਂ ਇਹ ਕੰਟੇਨ ਕਰਦੇ ਹੋਣਗੇ, ਅਸੀਂ ਕੀ ਕਰਦੇ ਹਾਂ, ਕਹਿੰਦੇ ਨਹੀਂ ਜੀ ਇਹ ਦੋਨੋਂ ਚੀਜ਼ਾਂ ਪੋਸੀਬਲ ਨਹੀਂ, ਨਾ ਤਾਂ H1 H2 ਦੇ ਵਿੱਚ ਕੰਟੇਨ ਕਰ ਰਿਹਾ, ਨਾ ਹੀ H2 ਕੀ 'ਚ ਕੰਟੇਨ ਕਰਦਾ, H1 'ਚ। ਇਹ ਸਾਡੀ ਐਗਜ਼ੰਪਸ਼ਨ ਆ ਕਿ ਅਸੀਂ ਅਜ਼ਿਊਮ ਕੀਤਾ ਕਿ ਦੋਹਾਂ ਦੇ ਵਿੱਚ ਕੋਈ ਕੰਟੇਨਮੈਂਟ ਨਹੀਂ ਹੋ ਰਹੀ। ਹੁਣ ਦੇਖੋ ਕੰਟੇਨਮੈਂਟ ਕੀ ਹੁੰਦੀ ਹੈ, ਜਿਵੇਂ ਮੈਂ ਕਹਾਂ ਕਿ ਆਹ ਸੈੱਟ ਆ, ਇਹ ਉੱਪਰ ਕੋਈ ਹੋਰ ਸੈੱਟ ਆ, H1 ਸੀ, ਇਹ H2 ਪ੍ਰੋਪਰਲੀ ਕੰਟੇਨ ਕਰ ਰਹੇ ਹਾਂ ਜਾਂ ਫਿਰ ਇੰਪਰੋਪਰਲੀ ਵੀ ਕੰਟੇਨ ਕਰੇ। ਬਟ ਕੰਟੇਨਮੈਂਟ ਉਦੋਂ ਹੋਊਗੀ ਜਦੋਂ ਉਹਦੇ ਸਾਰੇ ਐਲੀਮੈਂਟ ਉਹਦੇ ਵਿੱਚ ਦੂਸਰੇ ਸੈੱਟ ਨੂੰ ਕੀ ਕਰਦੇ ਹੋਣਗੇ, ਬਿਲੋਂਗ ਕਰਦੇ ਹੋਣਗੇ। ਸੋ ਜੇ ਮੈਂ ਕਹਿ ਰਹੀ ਹਾਂ ਕਿ ਇੱਥੇ ਐਲੀਮੈਂਟਸ ਇੱਕ ਸੈੱਟ ਇੱਕ ਦੂਸਰੇ 'ਚ ਕੰਟੇਨ ਨਹੀਂ ਕਰ ਰਿਹਾ, ਇਸ ਦਾ ਮਤਲਬ ਕੋਈ ਨਾ ਕੋਈ ਇੱਕ ਐਲੀਮੈਂਟ ਐਕਸਟਰਾ ਹੋਊਗਾ ਇਹਨਾਂ ਕੋਲ ਜਿਹਦੇ ਕਰਕੇ ਦੂਸਰੇ 'ਚ ਕੰਟੇਨ ਨਹੀਂ ਹੋ ਪਾ ਰਿਹਾ। ਤਾਂ ਮੈਂ ਕਿਹਾ, ਕਹਿੰਦਾ ਇਹ ਕੋਈ ਐਲੀਮੈਂਟ ਆ ਜੋ H1 ਦੇ ਵਿੱਚ ਹੈਗਾ ਬਟ H2 ਦੇ ਵਿੱਚ ਨਹੀਂ ਹੈਗਾ, ਤਾਂ ਹੀ ਇਹ ਕੰਟੇਨ ਨਹੀਂ ਹੋ ਰਿਹਾ। ਸਿਮਿਲਰ ਸੈਕਿੰਡ ਕੰਡੀਸ਼ਨ ਲਈ ਮੈਂ ਕਿਹਾ, ਕਹਿੰਦੇ ਕੋਈ ਇੱਕ B ਐਲੀਮੈਂਟ ਹੋਊਗਾ ਜੋ H2 ਦੇ ਵਿੱਚ ਤਾਂ ਹੋਊਗਾ ਬਟ H1 ਦੇ ਵਿੱਚ ਨਹੀਂ ਹੋਊਗਾ, ਠੀਕ। ਅਗੇਨ ਕਹਿੰਦਾ ਜੇ ਇਹ ਇੱਕ ਦੂਸਰੇ 'ਚ ਦੋਨੋਂ ਸੈੱਟ ਕੰਟੇਨ ਨਹੀਂ ਕਰ ਰਿਹਾ, ਮੈਂ ਕਹਿ ਰਹੀ ਹਾਂ ਕਿ ਆਹ ਐਲੀਮੈਂਟ ਇਹ 'ਚ ਕੰਟੇਨ ਨਹੀਂ ਕਰਦਾ, ਕਦੋਂ ਪੋਸੀਬਲ ਆ, ਜਦੋਂ ਅੰਦਰ ਵਾਲੇ ਕੋਲ ਕੋਈ ਇਹੋ ਜਿਹਾ ਐਲੀਮੈਂਟ ਹੋਵੇ ਜੋ ਬਾਹਰ ਫਿਰਦਾ ਹੋਵੇ, ਮਤਲਬ ਐਕਸਟਰਾ ਹੋਵੇ ਕੁਛ ਐਲੀਮੈਂਟ। ਤਾਂ ਉਹੀ ਐਗਜ਼ੰਪਸ਼ਨ ਕੀਤੀ, ਕਹਿੰਦਾ ਕੋਈ ਇੱਕ ਐਲੀਮੈਂਟ ਲਿਆ A ਜੋ H1 ਦੇ ਵਿੱਚ ਤਾਂ ਹੋਊਗਾ, H2 'ਚ ਨਹੀਂ ਹੋਊਗਾ। ਸਿਮਿਲਰ ਕੋਈ B ਐਲੀਮੈਂਟ H2 'ਚ ਤਾਂ ਹੋਊਗਾ ਬਟ H1 ਦੇ ਵਿੱਚ ਨਹੀਂ ਹੋਊਗਾ। ਸੋ ਇੱਥੇ ਤੱਕ ਸੀ। ਹੁਣ ਆ ਜਾਓ, ਕਹਿੰਦੇ ਜੇ ਬੱਚੇ H1 ਅਤੇ H2 ਦੀ ਅਸੀਂ ਉਹ ਕੀਤਾ, ਦੋਨੋਂ ਐਲੀਮੈਂਟ ਕੀਤੇ H1 H2 ਬਟ H1 ਯੂਨੀਅਨ H2, ਸਾਨੂੰ ਪਤਾ ਯੂਨੀਅਨ ਤਾਂ ਬੱਚੇ ਦੋਹਾਂ ਦੀ ਵੱਡੀ ਹੁੰਦੀ ਹੈ, ਇਸ ਦਾ ਮਤਲਬ ਜੋ H1 H2 ਦੋਨੋਂ 'ਚ ਐਲੀਮੈਂਟ ਹੋਣਗੇ ਉਹ ਯੂਨੀਅਨ 'ਚ ਪੱਕਾ ਕੰਟੇਨ ਕਰਦੇ ਹੋਣਗੇ। ਸੋ ਇੱਥੋਂ ਕੀ ਆਇਆ, ਕਹਿੰਦਾ A B ਯੂਨੀਅਨ ਨੂੰ ਬਿਲੋਂਗ ਕਰਦਾ ਹੋਊਗਾ ਅਤੇ B ਵੀ H1 ਅਤੇ H2 ਦੀ ਯੂਨੀਅਨ ਨੂੰ ਬਿਲੋਂਗ ਕਰਦਾ ਹੋਊਗਾ, ਠੀਕ। ਹੁਣ ਯੂਨੀਅਨ ਕੀ ਦਿੱਤੀ ਹੋਈ ਆ, ਸਬ ਗਰੁੱਪ। ਜੇ ਸਬ ਗਰੁੱਪ ਆ ਫਿਰ ਦੁਬਾਰਾ ਦੇਖੋ ਪ੍ਰੀਵੀਅਸ ਲੈਕਚਰ ਤੁਹਾਨੂੰ ਲਿੰਕ ਕਰਨੇ ਪੈਣਗੇ, ਇਹ ਨਹੀਂ ਹੈਗਾ ਕਿ ਅੱਜ ਅਸੀਂ ਨਵੀਂ ਥਿਓਰਮ ਸਟਾਰਟ ਕੀਤੀ ਅਤੇ ਸਾਡੇ ਉਹ ਕਲੀਅਰ ਹੋ ਜਾਏਗਾ। ਹੁਣ ਦੇਖੋ ਇਹਦੇ ਵਿੱਚ ਯੂਜ਼ ਹੋਊਗਾ ਲੈਮਾ। ਕਹਿੰਦੇ ਅਸੀਂ ਲੈਮਾ ਸੈਕਿੰਡ ਕੀਤਾ ਸੀ, ਲੈਮਾ ਸੈਕਿੰਡ ਦੇ ਵਿੱਚ ਕੀ ਕਿਹਾ ਗਿਆ, ਕਹਿੰਦੇ ਜੇਕਰ ਇੱਕ ਸੈੱਟ ਉਹ ਸਬ ਗਰੁੱਪ ਕਦੋਂ ਬਣਦਾ, ਜਦੋਂ ਅਸੀਂ ਉਹ 'ਚ ਦੋ ਐਲੀਮੈਂਟ ਲੈ A ਅਤੇ B, ਦੈਨ ਇੱਕ ਕੰਡੀਸ਼ਨ ਪ੍ਰੂਫ ਕਰਾ ਦਿਓ ਕਿ A B ਦਾ ਇਨਵਰਸ ਵੀ ਉਹਨੂੰ ਬਿਲੋਂਗ ਕਰ ਰਿਹਾ ਸਬਸੈਟ ਨੂੰ ਜਾਂ ਸੈੱਟ ਨੂੰ,
ਦੈਨ ਉਹ ਸਬ ਗਰੁੱਪ ਹੋ ਜਾਏਗਾ। ਹੁਣ ਇੱਥੇ ਅਸੀਂ ਦੋ ਐਲੀਮੈਂਟ ਲੈ, ਕਹਿੰਦਾ A ਤੇ B ਯੂਨੀਅਨ ਨੂੰ ਬਿਲੋਂਗ ਕਰ ਰਹੇ ਨੇ। ਯੂਨੀਅਨ ਅੱਗੇ ਉਹਨੇ ਪਹਿਲਾਂ ਹੀ ਸਬ ਗਰੁੱਪ ਦਿੱਤਾ ਹੋਇਆ, ਇਸ ਦਾ ਮਤਲਬ ਬਾਏ ਲੈਮਾ ਸੈਕਿੰਡ A B ਦਾ ਇਨਵਰਸ ਵੀ ਕਿਹਨੂੰ ਬਿਲੋਂਗ ਕਰੂਗਾ, ਯੂਨੀਅਨ ਨੂੰ ਬਿਲੋਂਗ ਕਰੇਗਾ। ਹੁਣ ਇੱਕ ਵਾਰੀ ਇੱਥੇ ਤੱਕ ਰਿਵਾਈਜ਼ ਕਰ ਲੈਣੇ ਆ ਬੱਚੇ। ਦੇਖੋ ਉੱਪਰ ਸਟੇਟਮੈਂਟ ਦੇ ਵਿੱਚ ਨੈਸੈਸਰੀ ਪਾਰਟ ਕਹਿੰਦੇ ਕੀ ਦਿੱਤਾ ਹੋਇਆ, H1 ਤੇ H2 ਕੋਈ ਦੋ ਸਬ ਗਰੁੱਪਸ ਨੇ, ਦੈਨ ਉਹਨਾਂ ਦੀ ਯੂਨੀਅਨ ਵੀ ਇੱਕ ਸਬ ਗਰੁੱਪ ਅਸੀਂ ਇਹ ਐਜ਼ਿਊਮ ਕੀਤਾ। ਇਸ ਵਾਰੀ ਇਹ ਅਸੀਂ ਸਪੋਜ਼ ਪਹਿਲੇ ਪ੍ਰੂਫ ਦੇ ਵਿੱਚ ਇਹ ਇੱਥੋਂ ਸ਼ੁਰੂ ਕਰਾਂਗੇ। ਫਿਰ ਅਸੀਂ ਇਹਨੇ ਪ੍ਰੂਫ ਕਰਾਉਣਾ ਜਾਂ ਤਾਂ H1 H2 ਦੇ ਵਿੱਚ ਕੰਟੇਨ ਕਰਦਾ ਹੋਊਗਾ ਜਾਂ ਫਿਰ H2 H1 'ਚ ਕੰਟੇਨ ਕਰਦੀ ਹੈ। ਇਹ ਪ੍ਰੂਫ ਕਰਾਉਣ ਵਾਲੀ ਚੀਜ਼ ਆ, ਬਟ ਅਸੀਂ ਕੰਟਰਾਡਿਕਸ਼ਨ ਨਾਲ ਪ੍ਰੂਫ ਕਰ ਰਹੇ ਹਾਂ, ਇਸ ਲਈ ਸਪੋਜ਼ ਕੀਤਾ ਕਿ ਨਾ ਤਾਂ H1 H2 'ਚ ਕੰਟੇਨ ਕਰਦੀ ਹੈ, ਨਾ ਹੀ H2 H1 ਦੇ ਵਿੱਚ ਕੰਟੇਨ ਕਰ ਰਹੀ ਆ। ਹੁਣ ਜੇ ਕੰਟੇਨ ਨਹੀਂ ਕਰ ਰਹੀ, ਇਸ ਦਾ ਮਤਲਬ ਕੋਈ ਨਾ ਕੋਈ ਇੱਕ ਐਕਸਟਰਾ ਐਲੀਮੈਂਟ ਹੋਊਗਾ ਜੋ ਦੋਨਾਂ ਸੈੱਟ ਦੇ ਵਿੱਚ ਹੋਏਗਾ। ਮਤਲਬ ਇੱਕ ਕੋਈ ਐਲੀਮੈਂਟ ਜੋ ਪਹਿਲੇ 'ਚ ਦੂਜੇ 'ਚ ਨਹੀਂ ਹੈਗਾ, ਦੂਸਰੇ 'ਚ ਤੇ ਉਹ ਪਹਿਲੇ 'ਚ ਨਹੀਂ ਹੈਗਾ। ਤਾਂ ਇੱਕ ਅਸੀਂ ਐਲੀਮੈਂਟ A ਲਿਆ ਅਤੇ ਦੂਸਰਾ ਐਲੀਮੈਂਟ ਕੀ ਲਿਆ, B। ਸੋ A B ਜੇਕਰ ਐਲੀਮੈਂਟਸ ਅਸੀਂ H1 ਤੇ H2 ਦੇ ਲੈ ਰਹੇ ਹਾਂ ਤਾਂ ਪੱਕਾ ਉਹ ਯੂਨੀਅਨ 'ਚ ਵੀ ਹੋਣਗੇ। ਅੱਗੇ ਯੂਨੀਅਨ ਸਬ ਗਰੁੱਪ ਆ, ਇਸ ਦਾ ਮਤਲਬ ਇਹਨਾਂ ਦੋਹਾਂ ਐਲੀਮੈਂਟ ਨੂੰ ਜਦੋਂ ਅਸੀਂ ਮਰਜ ਜਾਂ ਦੀ ਕੰਡੀਸ਼ਨ ਲਾਈ ਕਿ A B ਦਾ ਇਨਵਰਸ ਕਿਹਨੂੰ ਬਿਲੋਂਗ ਕਰਦਾ ਹੋਊਗਾ, ਯੂਨੀਅਨ ਨੂੰ ਬਿਲੋਂਗ ਕਰਦਾ ਹੋ। ਦੇਖੋ ਮੈਂ ਕਹਿ ਰਹੀ ਹਾਂ ਕਿ A B ਦਾ ਇਨਵਰਸ ਯੂਨੀਅਨ ਨੂੰ ਬਿਲੋਂਗ ਕਰ ਰਿਹਾ। ਬੱਚੇ ਯੂਨੀਅਨ ਕਿਤੋਂ ਬਾਹਰੋਂ ਨਹੀਂ ਆਈ ਹੋਏਗੀ, ਯੂਨੀਅਨ ਤਾਂ ਹੀ ਬਣਦੀ ਹੈ ਜੇ ਦੋਨਾਂ ਸੈੱਟ ਨੂੰ ਕੰਬਾਈਨ ਕੀਤਾ। ਆ ਜੋ ਹੀ ਦੋ ਰਾਊਂਡ ਨੇ ਮੇਰੇ ਕੋਲ, ਇਹਨਾਂ ਦੋਹਾਂ ਨੂੰ ਕੰਬਾਈਨ ਕਰਕੇ ਜੋ ਐਲੀਮੈਂਟ ਆਏ। ਹੁਣ ਜੇ ਦੋਨਾਂ ਨੂੰ ਕੰਬਾਈਨ ਕਰਕੇ ਆਨੇ, ਜਾਂ ਉਹ ਪਹਿਲੇ 'ਚ ਹੋਊਗਾ ਜਾਂ ਫਿਰ ਉਹ ਦੂਸਰੇ 'ਚ ਹੋਏਗਾ। ਇਸ ਦਾ ਮਤਲਬ A B ਦਾ ਇਨਵਰਸ ਜਾਂ ਫਿਰ H1 'ਚ ਹੋਊਗਾ ਜਾਂ ਫਿਰ ਮੇਰੇ ਕੋਲ H2 ਦੇ ਵਿੱਚ ਹੋਏਗਾ। ਠੀਕ, ਹੁਣ ਦੋਨੋਂ ਹੀ ਕੇਸ ਨੂੰ ਸੋਲਵ ਕਰਨਾ ਬੱਚੇ। ਦੇਖੋ ਅਸੀਂ ਕਰਾ ਕਿਹਦੇ ਨਾਲ ਦੇ ਹਾਂ, ਕੰਟਰਾਡਿਕਸ਼ਨ ਕਿੱਥੇ ਕਰਾਵਾਂਗੇ, ਅਸੀਂ ਮੰਨ ਕੇ ਚੱਲਿਆ ਨਾ ਕਿ A ਐਲੀਮੈਂਟ H1 ਨੂੰ ਬਿਲੋਂਗ ਕਰਦਾ ਬਟ H2 ਨੂੰ ਨਹੀਂ ਕਰਦਾ। ਫਿਰ ਇੱਥੇ ਹੀ ਅਸੀਂ ਕੰਟਰਾਡਿਕਸ਼ਨ ਲੈ ਕੇ ਆਉਣੀ ਹੈ ਕਿ ਕਿਤੇ ਨਾ ਕਿਤੇ ਰਿਜ਼ਲਟ ਦੇ ਨਾਲ ਸਾਡੀ ਕੰਟਰਾਡਿਕਸ਼ਨ ਹੋ ਜੇ। ਸੋ A B ਦਾ ਇਨਵਰਸ, ਹੁਣ ਦੇਖੋ ਇੱਕ ਨੂੰ ਤਾਂ ਕਰਨਾ ਹੀ ਪੈਣਾ। ਮੰਨ ਲਓ ਉਹਨੇ H1 ਨੂੰ ਬਿਲੋਂਗ ਕਰ ਰਿਹਾ ਸੀ ਇਹ ਐਲੀਮੈਂਟ, ਅੱਗੇ H1 ਦਾ ਇੱਕ ਹੋਰ ਐਲੀਮੈਂਟ ਸੀ A H1 ਦਾ, H1 ਸਬ ਗਰੁੱਪ ਆ, ਜੇ ਸਬ ਗਰੁੱਪ ਆ ਤਾਂ ਉਹਦਾ ਇਨਵਰਸ ਵੀ ਹੋਊਗਾ, ਤਾਂ A ਦਾ ਇਨਵਰਸ ਵੀ ਬਿਲੋਂਗ ਕਰਦਾ ਹੋਏਗਾ। ਅੱਗੇ ਦੋ ਐਲੀਮੈਂਟ ਦੀ ਪ੍ਰੋਡਕਟ ਸਬ ਗਰੁੱਪ ਦੇ ਵਿੱਚ ਹੋਊਗੀ, ਤਾਂ ਅੱਗੇ ਪ੍ਰੋਡਕਟ ਦੀ ਪ੍ਰੋਪਰਟੀ ਲਾਈ, ਇਨਵਰਸ ਨਾਲ A ਕੈਂਸਲ ਹੋ ਗਿਆ, ਆਇਡੈਂਟੀਟੀ ਆ ਗਿਆ, ਬਚਿਆ ਕੀ ਜੀ B ਇਨਵਰਸ। ਹੁਣ ਘੁੰਮਾ ਕੇ ਗੱਲ ਆਈ ਬੱਚੇ ਕਿ B ਕਿਹਨੂੰ ਬਿਲੋਂਗ ਕਰਵਾਤਾ, ਅਸੀਂ ਨੇ H1 ਨੂੰ ਬਿਲੋਂਗ ਕਰਵਾਤਾ। ਬਟ ਅਸੀਂ ਤਾਂ ਉੱਪਰ ਸਪੋਜ਼ ਕੀਤਾ ਕਿ H1 ਦੇ ਵਿੱਚ B ਬਿਲੋਂਗ ਨਹੀਂ ਕਰ ਰਿਹਾ, H1 ਨੂੰ B ਨਹੀਂ ਬਿਲੋਂਗ ਕਰ ਰਿਹਾ। ਇਸ ਦਾ ਮਤਲਬ ਇਹ ਕੀ ਹੋਗੀ, ਕੰਟਰਾਡਿਕਸ਼ਨ ਕਿਉਂ ਹੋ ਰਹੀ ਹੈ, ਕਿਉਂਕਿ ਅਸੀਂ ਇਹ ਸਪੋਜੀਸ਼ਨ ਪਹਿਲਾਂ ਹੀ ਮੰਨ ਕੇ ਚੱਲੇ ਹਾਂ ਕਿ ਇਹ ਇੱਕ ਦੂਸਰੇ 'ਚ ਕੰਟੇਨ ਨਹੀਂ ਕਰਦੇ। ਸੋ ਇਹ ਚੀਜ਼ ਪੋਸੀਬਲ ਨਹੀਂ, ਜਾਂ ਤਾਂ H1 H2 'ਚ ਕੰਟੇਨ ਕਰੂਗਾ ਜਾਂ H2 H1 'ਚ ਕੰਟੇਨ ਕਰਦਾ ਹੋਏਗਾ। ਸੋ ਇਹ ਸੀਗਾ ਇਹਦਾ ਨੈਸੈਸਰੀ ਪਾਰਟ। ਸਿਮਿਲਰ ਤੁਸੀਂ ਬੱਚੇ ਸੈਕਿੰਡ ਕੇਸ ਲੈ ਸਕਦੇ ਹੋ ਕਿ A B ਦਾ ਇਨਵਰਸ H2 ਨੂੰ ਬਿਲੋਂਗ ਕਰਦਾ। ਦੈਨ ਇੱਥੋਂ ਅਸੀਂ ਨੇ ਸ਼ੁਰੂ ਕੀਤਾ, ਹੁਣ ਇਹਦੇ ਨਾਲ B ਦੀ ਐਲੀਮੈਂਟ ਨੂੰ ਖਤਮ ਕਰਨਾ ਅਤੇ A ਨੂੰ ਪ੍ਰੂਵ ਕਰਾ ਦੇਣਾ ਕਿ A H2 ਦੇ ਵਿੱਚ ਬਿਲੋਂਗ ਕਰ ਗਿਆ। ਫਿਰ ਕੰਟਰਾਡਿਕਸ਼ਨ ਹੋ ਜੂਗੀ, ਫਿਰ ਅਸੀਂ ਕੀ ਕਹਾਂਗੇ ਕਿ ਸਾਡੀ ਜਿਹੜੀ ਸਪੋਜੀਸ਼ਨ ਸੀਗੀ ਉਹ ਰੋਂਗ ਸੀਗੀ, ਦੋਨਾਂ ਦੇ ਵਿੱਚ ਇੱਕ ਦੂਸਰੇ 'ਚ ਕੰਟੇਨ ਕਰਦੇ ਹੋਣਗੇ। ਇਹ ਸੀਗਾ ਨੈਸੈਸਰੀ ਪਾਰਟ। ਹੁਣ ਅੱਜ ਸਫੀਸ਼ੈਂਟ ਤਾਂ ਬੱਚੇ 2 ਲਾਈਨਸ ਦਾ, ਜੇ ਉਹਦੇ ਵਿੱਚ ਵੀ ਅਸੀਂ ਕਹੀਏ ਕਿ ਮੀਨਿੰਗ ਸਾਨੂੰ ਕਲੀਅਰ ਆ ਕਿ ਯੂਨੀਅਨ ਦਾ ਮੀਨਿੰਗ ਕੀ ਆ, ਬਸ ਉਹ ਤੋਂ ਹੀ ਪ੍ਰੂਫ ਹੋ ਜੂਗਾ। ਹੁਣ ਦੇਖੋ ਅਸੀਂ ਮੰਨ ਕੇ ਚੱਲਾਂਗੇ ਕਿ ਜਾਂ ਤਾਂ H1 H2 'ਚ ਕੰਟੇਨ ਕਰਦਾ ਜਾਂ ਫਿਰ H2 H1 'ਚ। ਦੇਖੋ ਜੇ ਮੰਨੀਏ H1 H2 'ਚ ਬਿਲਕੁਲ ਕੰਟੇਨ ਕਰ ਰਿਹਾ, H1 H2, ਫਿਰ ਦੋਹਾਂ ਦੀ ਯੂਨੀਅਨ ਕੀ ਹੋਏਗੀ ਬੱਚੇ, ਆ H1 ਸੀ, ਆ H2, ਦੋਹਾਂ ਨੂੰ ਮਰਜ ਕਰਕੇ ਲਿਖਣਾ, ਮਿਲਾ ਕੇ ਲਿਖਣਾ, ਤਾਂ ਦੋਹਾਂ ਦੀ ਯੂਨੀਅਨ ਦੀ ਵੈਲਿਊ H1 H2 ਵੱਡਾ ਸੈੱਟ ਆ ਜਾਊਗਾ, H2 ਆ ਜਾਏਗਾ। H2 ਪਹਿਲਾਂ ਹੀ ਸਬ ਗਰੁੱਪ ਆ, ਇਸ ਦਾ ਮਤਲਬ ਯੂਨੀਅਨ ਵੀ ਕੀ ਹੋ ਜੂਗੀ, ਸਬ ਗਰੁੱਪ। ਜੇ ਅਸੀਂ ਦੂਸਰੀ ਕੰਡੀਸ਼ਨ ਮੰਨ ਰਹੇ ਹਾਂ ਕਿ H2 ਅੰਦਰ ਆ ਅਤੇ H1 ਬਾਹਰ, ਤਾਂ ਫਿਰ ਇਹਨਾਂ ਦੀ ਯੂਨੀਅਨ ਕੀ ਆ ਜੂਗੀ, H1 ਆ ਜਾਏਗੀ। ਉਸ ਕੇਸ ਦੇ ਵਿੱਚ ਵੀ H1 ਸਾਨੂੰ ਸਬ ਗਰੁੱਪ ਪਹਿਲਾਂ ਹੀ ਦਿੱਤਾ ਹੋਇਆ, ਤਾਂ ਯੂਨੀਅਨ ਅਗੇਨ ਕੀ ਹੋ ਜੂਗੀ, ਸਬ ਗਰੁੱਪ ਹੋ ਜੂਗੀ। ਇਹ ਸੀਗੇ ਜੀ ਇੰਪੋਰਟੈਂਟ ਥਿਓਰਮ ਯੂਨੀਅਨ ਦੇ ਰਿਲੇਟਡ। ਬੱਚੇ ਜੇਕਰ ਸਿੱਧਾ ਕੁਐਸਚਨ ਸ਼ਾਰਟ ਦੇ ਵਿੱਚ ਆਉਂਦਾ ਇਸ ਯੂਨੀਅਨ ਆਫ 2 ਸਬ ਗਰੁੱਪ ਇਜ਼ ਅਗੇਨ ਅ ਸਬ ਗਰੁੱਪ, ਤਾਂ ਉਹਦਾ ਆਨਸਰ ਹੈਗਾ ਨੋ। ਉਹ ਤੁਸੀਂ ਕਾਊਂਟਰ ਐਗਜ਼ਾਮਪਲ ਦੋਗੇ ਜੋ ਇਸ ਤੋਂ ਪ੍ਰੀਵੀਅਸ ਲੈਕਚਰ ਦੇ ਵਿੱਚ ਹੋਈ ਆ। ਜੇ ਤੁਹਾਨੂੰ ਲੌਂਗ ਦੇ ਵਿੱਚ ਆਏਗਾ ਤਾਂ ਥਿਓਰਮ ਆਏਗੀ ਜਿਹਦੇ ਵਿੱਚ ਹੋਏਗਾ ਕੰਡੀਸ਼ਨ, ਜਾਂ ਫਿਰ ਇਹ ਹੋ ਸਕਦਾ ਵੀ ਰਾਈਟ ਅ ਕੰਡੀਸ਼ਨ by which we can say that union of 2 subgroup is also a subgroup। ਫਿਰ ਤੁਹਾਨੂੰ ਇਹਦਾ ਪ੍ਰੂਫ ਆ ਜਿਹੜਾ ਉਹ ਤੁਸੀਂ ਦੇ ਸਕਦੇ ਹੋ। ਸ਼ਾਰਟ 'ਚ ਹੋਇਆ ਤਾਂ ਨੀਡ ਨਹੀਂ ਹੈਗੀ, ਬਸ ਤੁਸੀਂ ਉੱਥੇ ਰਿਜ਼ਲਟ ਲਿਖ ਦੋਗੇ। ਜੇ ਲੌਂਗ ਥਿਓਰਮ ਦੇ ਵਿੱਚ ਆ ਤਾਂ ਤੁਸੀਂ ਓਬਵੀਅਸ ਇਹਦਾ ਪ੍ਰੂਫ ਦੋਗੇ ਕਿ ਜੇਕਰ ਦੋਨੋਂ ਸੈਟ ਇੱਕ ਦੂਸਰੇ 'ਚ ਕੰਟੇਨ ਕਰ ਰਹੇ ਨੇ ਤਾਂ ਉਹ ਕੀ ਹੋਣਗੇ, ਸਬ ਗਰੁੱਪ ਹੋਣਗੇ। ਆਈ ਹੋਪ ਕਲੀਅਰ ਹੋਇਆ ਹੋਏਗਾ। ਕੋਈ ਵੀ ਡਾਊਟ ਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਥੈਂਕ ਯੂ ਫॉर ਵਾਚਿੰਗ।